ਮਾਸਟਰ ਮੁਸ਼ਤਾਕ ਨੇ ਹਫੀਜ਼ ਨੂੰ ਕਿਉਂ ਤਸ਼ੱਦਦ ਕੀਤਾ ਸੀ, ਕਿਉਂ ਮਾਰਿਆ ਸੀ ਉਹਨੂੰ? ਉਹਨੇ ਪਾਣੀ ਮੰਗਿਆ, ਇਹ ਕਹਿੰਦੇ ਪਿਸ਼ਾਬ ਪਿਆ ਹੋਇਆ ਇਹਨੂੰ। ਕੌਣ ਕਹਿੰਦਾ? ਮਾਸਟਰ ਮੁਸ਼ਤਾਕ। ਸੋ ਜਿਹੜਾ ਮਾਸਟਰ ਮੁਸ਼ਤਾਕ ਹੈਗਾ ਸੀ, ਹਾਂਜੀ, ਇਹ ਕੈਸਾ ਇਨਸਾਨ ਸੀ? ਸ਼ਰੀਫ ਇਨਸਾਨ ਸੀ? ਕੋਈ ਨਹੀਂ ਜੀ, ਰੱਸੇ ਗਈ ਸੀ ਚੋੜਾ ਇਹ ਕਰਕੇ ਬਹਿਣ ਲੱਗਾ ਤੇ ਦਹਿ ਤਕਰੀਬਨ ਏਡੇ ਦੇ ਮੋਟੇ ਡੰਡੇ ਹੋਣੇ, 5 ਜਣੇ ਸੀ। अच्छा, ਅਸੀਂ ਕੁੱਟਿਆ ਜਿੱਦਾਂ ਛਲੀਆਂ ਕੁੱਟਣੀਆਂ। नाज़रीन, मैं इस वक्त फैसलाबाद के गांव 70 चक रती रता में मौजूद हूं, जहां आज से 20 से 25 साल पहले एक दुश्मनी का आगाज होता है और इस दुश्मनी की वजह से आज तकरीबन 7 से 8 अफराद जिंदगी की बाजी हार चुके हैं। नाज़रीन, इसी गांव का मास्टर मुश्ताक नामी एक शख्स था जिसने एक हफीज नामी शख्स को बेईमाना तशद्दुद का निशाना बनाया। न सिर्फ उसको तशद्दुद का निशाना बनाया बल्कि उसको मार मार कर उसको पेशाब तक पिलाया गया। ये सारी असल हकीकत क्या है? अभी तक जो फैसलाबाद में 4 अफराद कत्ल हुए, उन 4 अफराद को कत्ल करने वाले मुलजमान का ताल्लुक भी इसी गांव के एक उम्र फरूक नामी शख्स के साथ है, जो इस वक्त जेल की सलाखों के पीछे है। हफीज नामी जो शख्स था जिसने मुश्ताक नामी शख्स का कत्ल किया, और उस कत्ल के बाद जब वो गिरफ्तार हुआ तो तकरीबन 15 साल की कैद की सजा काटने के बाद जब वो रिहा होकर वापस अपने गांव आया, मास्टर मुश्ताक नामी शख्स के बेटे ने उसको कत्ल कर दिया। मेरे साथ हफीज के भाई और इस वकुआ के मुद्दई मुकदमा मौजूद है, इनसे जानते हैं कि ये सारी हकीकत क्या है। अंकल जी, की नाम जे तुहाडा? मेरा नाम सही डॉक्टर जी। सही साहब, मैनूं तुसीं दसो कि हफीज तुहाडा की लगदा सी? मेरा छोटा भाई से पुत्रा बजाया से। ਉਹਨੂੰ ਕਿੰਨੇ ਕਤਲ ਕੀਤਾ ਹੈ? ਉਮਰ ਫਰੂਕ ਨੇ ਤੇ ਅਜਮੀ ਨੂੰ ਛਾੜੇ ਨੇ। ਕਿਉਂ ਕਤਲ ਕੀਤਾ ਸੀ ਉਹਨੂੰ? ਆ ਦੁਸ਼ਮਣੀ ਬਜਾ ਦੇ ਬੇ ਨੇ ਮੇਰੇ ਬਾਪ ਨੂੰ ਕਤਲ ਕੀਤਾ, ਬਾੜ ਕੇ ਲੜਕਾ ਮਾਰਿਆ ਬੇਫੀਜ। ਮੈਂ ਜਾ ਆਪਣੇ ਵਾਲਦ ਦਾ ਕਤਲ ਦਾ ਪਤਾ ਲੈਣੇ ਆ ਗਿਆ। ਹਾਂ, ਤੇ ਹਫੀਜ਼ ਨੇ ਮੁਸ਼ਤਾਕ ਨੂੰ ਕਤਲ ਕੀਤਾ ਸੀ? ਇਹ ਜੀ 4 ਬੰਦੇ ਸੀਗੇ, ਫੀਜ ਵੀ ਸੀ, 3 ਬੰਦੇ ਹੋਰ ਸੀ। ਅੱਛਾ, ਉਹਨੇ ਫਾਇਰਿੰਗ ਕੀਤੀ ਆ, ਇਹ ਅੱਲਾ ਜਾਣਦਾ ਹੈ। ਬੇ ਰਾਣਿਆਂ ਦੇ ਮੁੰਡੇ ਦਾ ਫਾਇਰ ਵੱਜਿਆ ਜਾਂ ਰਾਈਆਂ ਫੀਜ ਦਾ ਫਾਇਰ ਵੱਜਿਆ ਜਾਂ ਦੂਸਰੇ ਰਾਣੇ ਦਾ ਅਮਜਦ ਦਾ ਫਾਇਰ ਵੱਜਿਆ, ਅਫਸਰ ਦਾ ਫਾਇਰ ਵੱਜਿਆ। ਇਹ ਹੁਣ ਅੱਲਾ ਨੂੰ ਪਤਾ ਜੀ। ਤੇ ਪਾਰਟੀ ਬਾਰੇ ਬੰਦੇ ਕਰਕੇ ਸਾਡੇ ਉੱਤੇ ਪਾਤੀ। ਤੇ ਹਫੀਜ਼ ਕਿੰਨੇ ਸਾਲ ਜੇਲ੍ਹ ਕੱਟ ਕੇ ਆਇਆ ਸੀ? ਤਕਰੀਬਨ 16-17 ਸਾਲ ਜੇ ਕਰਕੇ ਆਇਆ ਤੇ ਉਹ ਫਿਰ ਬੜੀ ਹੋ ਕੇ ਆਇਆ। 1.5 ਸਾਲ ਬਾਅਦ ਮੇਰੇ ਭਾਈ ਨੂੰ ਇੱਥੇ ਡਰਮਾ ਤੇ ਫਾਇਰ ਮਾਰਿਆ। ਉਹਨੂੰ ਕਿੰਨੇ ਫਾਇਰ ਮਾਰੇ ਸੀ? ਉਮਰ ਫਰੂਕ ਨੇ। ਉਮਰ ਫਰੂਕ ਨੇ ਕਿਉਂ ਫਾਇਰ ਮਾਰੇ? ਮੈਂ ਆਪਣੇ ਪਿਓ ਦਾ ਪਤਾ ਲੈਣਾ, ਫਿਰ ਮੇਰਾ ਭਾਈ ਗਲੀ ਥਾਣੀ ਭੱਜ ਗਿਆ ਪਰੇ ਨੂੰ। ਡਰਮਾ ਚ ਫਾਇਰ ਮਾਰੇ, ਤੇਲ ਡੁੱਲ ਗਿਆ। ਮੈਂ ਉਹ ਸਾਹਮਣੇ ਆ ਰਿਹਾ ਸੀ ਤੇ ਫਿਰ ਉਹ ਥੜੇ ਤੋਂ ਛਾਲ ਮਾਰੀ, ਇੱਥੇ ਡਿੱਗਿਆ। ਇੱਥੋਂ ਉੱਠ ਕੇ ਦਵਾ ਦਵਾ ਹੀ ਭੱਜਿਆ ਤੇ ਜਾ ਕੇ ਉਹ ਟੈਂਕੀ ਕੋਲ ਇੰਨੀ ਗੋਲੀ ਚਲਾਈ ਜਿਹੜੀ ਨਾ ਚਲਾਉਣੀ ਹੋਵੇ। ਮੈਨੂੰ ਤੁਸੀਂ ਇਹ ਦੱਸੋ, ਜਿਹੜਾ ਮਾਸਟਰ ਮੁਸ਼ਤਾਕ ਹੈਗਾ ਸੀ, ਹਾਂਜੀ, ਇਹ ਕੈਸਾ ਇਨਸਾਨ ਸੀ? ਸ਼ਰੀਫ ਇਨਸਾਨ ਸੀ? ਕੋਈ ਨਹੀਂ ਜੀ, ਰੱਸੇ ਗਈ ਸੀ ਚੋੜਾ। ਅੱਛਾ, ਉਹ ਮਾਸਟਰ ਨਹੀਂ ਸੀ, ਸਰਕਾਰੀ ਮੁਲਾਜ਼ਮ ਸੀ ਨਾ? ਸਰਕਾਰੀ ਮੁਲਾਜ਼ਮ ਸੀਗਾ। ਅੱਛਾ, ਜੇ ਮੈਂ ਮਾਰਾ ਔਖਾ ਮੇਰੇ ਛੋਟੇ ਕੁੱਟਲਾ ਪਿਆ ਘਰੇ ਲੈ ਜਾ ਕੇ, ਆਪਣੇ ਘਰ ਲਿਜਾ ਕੇ ਮਾਰਦਾ ਸੀ? ਹਾਂਜੀ, ਕਹਿੰਦੇ ਡਕੈਤੀ ਕਰਨ ਆਇਆ। ਮਾਸਟਰ ਮੁਸ਼ਤਾਕ ਨੇ ਹਫੀਜ਼ ਨੂੰ ਕਿਉਂ ਤਸ਼ੱਦਦ ਕੀਤਾ ਸੀ, ਕਿਉਂ ਮਾਰਿਆ ਸੀ ਉਹਨੂੰ? ਉਹ ਬੱਚਿਆਂ ਦੀ ਵਜ੍ਹਾ ਤੋਂ। ਕਿਹਦੇ ਬੱਚਿਆਂ ਦੀ ਵਜ੍ਹਾ ਤੋਂ? ਉਹ ਬੱਚਾ ਜਿਹੜਾ ਗੁੰਡਾਬਾਜ਼ੀ ਜਿਹੜੀ ਹੁੰਦੀ ਆ ਉਹਦੀ ਵਜ੍ਹਾ ਤੋਂ। ਉਹ ਕਹਿੰਦੇ ਸੀ ਮੇਰਾ, ਉਹ ਕਹਿੰਦੇ ਸੀ ਮੇਰਾ। ਤੇ ਮੇਰਾ ਭਾਈ ਫੈਸਲਾਬਾਦ ਤੋਂ ਆ ਰਿਹਾ, ਬੱਸ ਤੋਂ ਉਤਰਿਆ ਹੈ ਤੇ ਕਹਿੰਦਾ ਯਾਰ ਚਾਹ ਘੁੱਟ ਪੀ ਲਈਏ ਭਲਵਾਨ ਦੀ ਦੁਕਾਨ ਤੋਂ 72 ਚੱਕ ਚੋਂ। ਅੱਛਾ, ਉਹ ਕਹਿੰਦਾ ਨਹੀਂ ਯਾਰ ਮੈਂ ਹੁਣ ਘਰ ਨੂੰ ਚੱਲਦਾ, ਕਹਿੰਦਾ ਚਲੇ ਜਾਣਾ। ਅੱਛਾ, ਫਿਰ ਉੱਥੇ ਹੱਥੋਂ ਪਾਈ ਹੋ ਪਏ ਆ ਜਾਂ ਤੇ ਅਜਮੇਰ ਨੂੰ ਛਾਡਾ ਤੇ ਮਾਸ ਮੁਸ਼ਤਾਕ ਕੇ। ਅੱਛਾ, ਉਹ ਇੱਕ ਪਾਰਟੀ ਜਿਹੜੀ ਭਿੰਨ ਭਜਾਈ, ਦੂਸਰੀ ਛੁਰੀ ਲੈਣ ਚਲੀ ਗਈ। ਉਹ ਭਾਈ ਮੇਰਾ ਚੁੱਪ ਕਰਕੇ ਆ ਗਿਆ। ਮੈਂ ਕੋਠੇ ਤੇ ਸੁੱਤਾ ਸੀ, ਰਾਤ 10 ਵਜੇ ਸੁੱਤੇ ਪੈ ਉਠਾਇਆ ਫਿਰ ਕਹਿੰਦੇ ਇੱਕ ਗੱਲ ਪੁੱਛਣੀ ਆ। ਅੱਛਾ, ਡੰਗਰਾਂ ਦਾ ਹਸਪਤਾਲ ਆ, ਉੱਥੇ ਜਾ ਕੇ ਗੱਲਾਂ ਬਾਤਾਂ ਕਰ ਰਿਹਾ। ਉੱਥੇ ਗੱਲਾਂ ਬਾਤਾਂ ਕਰਕੇ ਫਿਰ ਕਹਿੰਦੇ ਯਾਰ ਇੱਥੇ ਬੰਦਾ ਬੁਰਾ ਲੱਗ ਰਿਹਾ। ਅੱਛਾ, ਤੇ ਆਪਾਂ ਘਰ ਚੱਲਦੇ ਆ। ਘਰੇ ਜਾ ਕੇ ਮੇਰਾ ਭਾਈ ਆਈ ਕਰਕੇ ਬਹਿਣ ਲੱਗਾ ਤੇ ਦਹਿ ਤਕਰੀਬਨ ਏਡੇ ਦੇ ਮੋਟੇ ਡੰਡੇ ਹੋਣੇ, 5 ਜਣੇ ਸੀ। ਅਸੀਂ ਕੁੱਟਿਆ ਜਿੱਦਾਂ ਛਲੀਆਂ ਕੁੱਟਣੀਆਂ। ਹਫੀਜ਼ ਨੂੰ ਮਾਰਿਆ ਮਾਸਟਰ ਮੁਸ਼ਤਾਕ ਨੇ? ਮਾਸਟਰ ਮੁਸ਼ਤਾਕ ਬੰਦੂਕ ਲੈ ਕੇ ਖੜਾ ਸੀ, ਕਹਿੰਦਾ ਜਿਹੜਾ ਲੱਗ ਗਿਆ ਜੇ ਉਹਨੂੰ ਮਾਰ ਦੇਣਾ। ਅੱਛਾ,
ਹੈ ਇੰਨਾ ਮਾਰਿਆ ਸੀ ਤੁਹਾਡੇ ਭਰਾ ਨੂੰ? ਇੰਨਾ। ਫਿਰ ਉਹਨੇ ਪਾਣੀ ਮੰਗਿਆ, ਇਹ ਕਹਿੰਦੇ ਪਿਸ਼ਾਬ ਪਿਆ ਹੋਇਆ ਇਹਨੂੰ। ਕੌਣ ਕਹਿੰਦਾ? ਮਾਸਟਰ ਮਸਤਾਕ। ਤੇ ਫਿਰ ਉਹਨਾਂ ਪਿਸ਼ਾਬ ਲਾਇਆ ਸੀ? ਹਾਂਜੀ ਪਿਆ। ਇਹ ਹੁਣ ਪਿਸ਼ਾਬ ਪਿਆ ਜਾਂ ਨਾਲੀ ਦਾ ਪਾਣੀ ਪਿਆ, ਹਾਂ 2 ਜਾਂ 3 ਕਟਰੇ ਪਾਇਆ ਮੂੰਹ ਚ। ਅੱਛਾ। ਹੈ ਤੇ ਮੁਰਗੇ ਨਾ ਦੇ ਗਾਂਧੀ ਕਹਿੰਦੇ ਭੈਣ ਚੋਦੋ ਤੁਸੀਂ ਤਾਂ ਮਾਰ ਕੇ ਚਲੇ ਜਾਣਾ, ਮੁਸੀਬਤ ਸਾਡੇ ਭਾਰੇ। ਉਹਨਾਂ ਨੇ ਛਡਾਇਆ ਮੇਰਾ ਭਾਈ ਨੂੰ 3-4 ਬੰਦਿਆਂ ਨੇ ਬਾਂਹ ਦੇ ਕੇ ਤੇ ਜੇ ਲਿਆਂਦਾ ਘਰੇ। ਤੇ ਫਿਰ ਘਰੇ ਲਿਆ ਕੇ ਤੇ ਪਾਇਆ, ਕੋਈ ਡਾਕਟਰ ਨਹੀਂ ਹੱਥ ਪਾਉਂਦਾ। ਅੱਛਾ। ਕੋਈ ਨਾ ਸਾਡੇ ਕੋਲ ਤੇ ਰੋਟੀ ਜੋਗੇ ਭਾਈ ਨਾ ਥਾਣੇ ਗਏ ਨਾ ਕਚਹਿਰੀਆਂ ਗਏ। ਇੰਨਾ ਮਾਰਨ ਦੇ ਬਾਵਜੂਦ ਵੀ ਤੁਸੀਂ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਕੋਈ ਨਹੀਂ ਨਹੀਂ ਦਿੱਤੀ? ਦਿੱਤੀ। ਇੰਨਾ ਖੌਫ ਸੀ ਇਹਨਾਂ ਦਾ? ਇੰਨਾ ਖੌਫ ਸੀ, ਬਲਕਿ ਆ ਜਨਮ ਭਾਈ ਵੀ ਬਹੁਤ ਹੋਇਆ ਇੱਥੇ ਜਾਣੇ ਦਾ ਮੁੰਡਾ ਬਹੁਤ ਹੋਇਆ ਸੀ ਅਬਰਾਰ। ਮੈਂ ਜਨਾਜ਼ਾ ਬਣ ਗਿਆ, 4 ਬੰਦੇ ਗੰਨਾ ਲੈ ਕੇ ਆਏ ਮੇਰੇ ਦੁਆਲੇ। ਮੈਨੂੰ ਪਤਾ ਲੱਗਾ, ਮੈਂ ਕੰਨੀ ਭੰਨ ਕੇ ਤੇ ਪਿੰਡ ਆ ਗਿਆ। ਇੱਕ ਮੁੰਡਾ ਸੀ ਆਰਾਨੇ ਦਾ, ਉਹਨੇ ਦੁਬਾਰਾ ਮੋਟਰਸਾਈਕਲ ਤੇ ਪਾਇਆ, ਮੈਨੂੰ ਘਰੇ ਲਾ ਕੇ ਗਿਆ। ਕਹਿੰਦੇ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਥੋੜੇ ਦਿਨ ਪਹਿਲੇ 4 ਸੁਨਿਆਰਿਆਂ ਦੇ ਬੰਦੇ ਕਤਲ ਹੋਏ ਨੇ, ਹਾਂਜੀ ਇਹਨਾਂ ਦੇ ਉਮਰ ਫਰੂਕ ਦੇ ਨਾਲ ਜਾਂ ਤੁਕੀਰ ਦੇ ਨਾਲ ਕੀ ਦੁਸ਼ਮਣੀ ਹੈਗੀ ਸੀ? ਕੋਈ ਨਹੀਂ, ਬਸ ਸੁਲਾ ਦੇ ਬਾਰੇ ਚਿਦਰਾਤ ਤੇ ਵੀ ਜੇ ਇਲੈਕਸ਼ਨ ਜਿੱਤ ਗਏ ਸੁਲਾ ਕਰਾ ਦੇ, ਇਹਨਾਂ ਚਿਦਰਾਤ ਹੋ ਜਾਣੀਆਂ, ਮਾਰਿਆ ਦਾ ਸਾਥ ਦੇਣਾ ਹੈ। ਤੇ ਆ ਦੁਸ਼ਮਣੀ ਆ ਇਹਨਾਂ ਦੀ। ਅੱਛਾ, ਉਹਨਾਂ ਸੁਨਿਆਰਿਆਂ ਦੀ ਕੋਈ ਦੁਸ਼ਮਣੀ ਨਹੀਂ ਹੈ? ਦੁਸ਼ਮਣੀ ਨਹੀਂ, ਨਾ ਮੁਸ਼ਤਾਕ ਦੇ ਨਾਲ, ਨਾ ਉਮਰ ਫਰੂਕ ਦੇ ਨਾਲ, ਨਾ ਤੁਕੀਰ ਦੇ ਨਾਲ, ਕਿਸੇ ਨਾਲ ਵੀ ਨਹੀਂ। ਇਹ ਜਿਹੜਾ ਤੁਕੀਰ ਨਾਂ ਦਾ ਬੰਦਾ ਜਿਹੜਾ ਇਹਦਾ ਮਾਮੂ ਬਣ ਕੇ ਸਾਹਮਣੇ ਆਇਆ ਕਿ ਜੀ ਮੈਂ ਕਤਲ ਕੀਤੇ ਨੇ, ਇਹਦਾ ਉਮਰ ਫਰੂਕ ਦਾ ਸਕਾ ਮਾਮਾ ਹੈਗਾ ਜੀ? ਨਹੀਂ ਜੀ, ਮੂੰਹ ਮੋਲਿਆ। ਅੱਛਾ, ਉਹਨੇ ਫਿਰ ਕਿਉਂ ਇਹਨਾਂ ਨੂੰ 4 ਬੰਦਿਆਂ ਨੂੰ ਕਤਲ ਕਰ ਦਿੱਤਾ ਜੀ? ਵੇਖੋ ਜੀ, ਇਹ ਮੇਰੇ ਮਗਰ ਵੀ ਜਾਂਦਾ ਜੀ। ਇਹ ਤਗੀਰ ਧੰਨਾ ਜਿਹੜਾ ਰੱਤੀ ਦੇ ਕਬਰਸਤਾਨ ਦੇ 4 ਬੰਦੇ ਲੈ ਕੇ ਆ ਮੇਰੇ ਮਗਰ। ਤੁਹਾਡੇ ਮਗਰ ਕਿਉਂ ਆਇਆ? ਫੈਲ ਮਾਰਨ ਵਾਸਤੇ। ਅੱਗੋਂ ਰੱਬ ਬਚਾ ਲਿਆ ਮੈਨੂੰ, ਰੱਬ ਨੇ ਬਚਾ ਲਿਆ। ਕਹਿੰਦਾ ਪਰਚਾ ਚੱਕ 302 ਵਾਲਾ। ਅੱਛਾ। ਆਲੇ ਬੇਟੇ ਵਾਲਾ ਪਰਚਾ ਚੱਕ ਕੇ ਮਟਾਈ ਆ। ਕਹਿੰਦਾ ਤੇਰਾ ਪੁੱਤ ਵੀ ਮਾਰਨਾ, ਤੇਰਾ ਜਵਾਈ ਵੀ ਮਾਰਨਾ। ਬਜ਼ੁਰਗੋ ਤੁਸੀਂ ਹੁਣ ਇਹਨਾਂ ਦਾ ਮੁਕਾਬਲਾ ਕਰੋਗੇ ਔਰ ਇਸ ਕੇਸ ਨੂੰ ਲੈ ਕੇ ਅੱਗੇ ਚਲੋਗੇ? ਮੇਰਾ ਤਾਂ ਅੱਲਾ ਹੀ ਵਾਰਸ ਆ ਜੀ। ਅੱਗੇ ਮੇਰੇ ਨਾਲ 1-2 ਬੰਦੇ ਜਾਂਦੇ ਸੀ, ਹੁਣ ਮੇਰੇ ਨਾਲ ਕੋਈ ਨਹੀਂ ਜਾਂਦਾ। ਜਿਹੜਾ ਮੇਰੇ ਨਾਲ ਤੋੜਦਾ ਉਹਨੂੰ ਫਾਇਰ ਮਾਰ ਦਿੰਦੇ ਆ। ਤੁਸੀਂ ਇਕੱਲੇ ਹੀ ਜਾਂਦੇ ਹੋ? ਇਕੱਲੇ ਹੀ ਜਾਂਦੇ ਆ ਜੀ। ਪਿਛਲੀ 9 ਤਰੀਕ ਤੇ ਮੇਰੀ ਤਰੀਕ ਸੀ, ਮੈਂ ਗਿਆ ਤੇ ਮੈਂ ਹਾਜ਼ਰ ਲਵਾ ਕੇ ਵਕੀਲ ਮੇਰਾ ਚੈਂਬਰ ਚ ਲਿਆ, ਮਗਰ 4 ਬੰਦੇ ਮੇਰੇ ਮਗਰ ਗਏ ਆ। ਹੁਣ ਤੁਸੀਂ ਕੀ ਚਾਹੁੰਦੇ ਹੋ? ਵਜ਼ੀਰ ਆਲਾ ਪੰਜਾਬ ਸਾਹਿਬਾ ਵੀ ਤੁਹਾਨੂੰ ਸੁਣਦੀ ਪਈ ਹੈ, ਤੁਹਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਤੇ ਹੁਣ ਤੁਸੀਂ ਕੀ ਕਹੋਗੇ? ਵਜ਼ੀਰ ਆਲਾ ਨੇ ਤੱਕ ਪਹੁੰਚ ਗਿਆ, ਫਿਰ ਵਜ਼ੀਰ ਆਲਾ ਜਿਹੜਾ ਕੀ ਉਹਨਾਂ ਕਹਿੰਦੇ ਆ ਆਈਜੀ ਪੰਜਾਬ ਨੂੰ ਕੀ ਮੁਤਾਲਬਾ ਪੰਜਾਬ ਨੂੰ ਮੈਂ ਦਰਖਾਸਤ ਦਿੱਤੀ ਆ। ਉਹਨਾਂ ਨੇ ਮੈਂ ਜੜਾ ਵਾਲੇ ਥਾਣੇ ਭੇਜਿਆ, ਉਹਨਾਂ ਨੇ ਗੰਗੂਆਂ ਨੇ ਮਿੱਟੀ ਲਾਈ ਆ। ਮੁੜ ਕੇ ਤੂੰ ਕੌਣ? ਮੈਂ ਆ ਫਾਇਲ ਵੱਜੇ ਆ। ਅੱਛਾ, ਮੈਂ ਦਰਖਾਸਤ ਦਿੱਤੀ ਆ। ਅਜੇ ਘਰ ਤੇ ਫਾਇਰ ਮਾਰੇ? ਹਾਂਜੀ। ਇਹ ਕਿੰਨੇ ਮਾਰੇ ਸੀ? ਇਹ ਮਾਰੇ ਸੀ ਤਕੀਰ ਧੰਨੇ ਨੇ। ਅੱਛਾ, 4-5 ਬੰਦੇ ਹੋਰ ਸੀ ਨਾਲ। ਹੈ ਤੇ ਤਕੀਰ ਧੰਨਾ ਜਿਹੜਾ ਕੀ ਕੰਮ ਕਰਦਾ ਹੈਗਾ ਜੀ? ਇਹ ਬਾਰੇ ਏਦਾਂ ਹੀ ਤੈਨੂੰ ਖੋਲੇ, ਤੇਥੋਂ ਪੈਸੇ ਖੋਲੇ, ਮੇਥੋਂ ਖੋਲੇ, ਟਕੇਟੀਆਂ ਚੋਰੀਆਂ ਕਰਦੇ ਆ। ਅੱਛਾ, ਤੇ ਏਦਾਂ ਕਰੀ ਜਾਂਦੇ ਆ। ਸ਼ਰਾਫਤ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੈ? ਕੋਈ ਨਹੀਂ। ਤੇ ਤੁਸੀਂ ਹੁਣ ਕੀ ਮੁਤਾਲਬਾ ਕਰੋਗੇ ਕਿ ਇਹਨਾਂ ਮੁਲਜ਼ਮਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਮੈਂ ਤਾਂ ਕਹਿੰਦਾ ਸ਼ਾਮਾਂ ਨੂੰ ਦਿਨ ਚੜੇ ਇਹਨਾਂ ਸਜ਼ਾ ਫੁੱਲ ਮਿਲਣੀ ਚਾਹੀਦੀ ਆ। ਜੇ ਬਾਹਰ ਆ ਗਿਆ ਮੈਨੂੰ ਵੀ ਨਹੀਂ ਛੱਡਦਾ। ਇਹ ਹੁਣ ਜਿਹੜਾ ਫਿਰ ਮੈਨੂੰ ਅੱਜ ਰਾਤ ਨੂੰ ਸੌਣਾ ਔਖਾ ਹੋ ਗਿਆ। ਖਬਰੇ ਕਿਹੜੇ ਵੇ ਧੰਨੇ ਨੇ ਆ ਜਾਣਾ, ਮੈਨੂੰ ਫਾਇਰ ਮਾਰ ਦੇਣੇ ਆ। और जाके बिजली तारे देखो उधर पहले बाजार से फायर मारे। नाज़रीन, ये कहानी इस गांव से शुरू होती है। आज से तकरीबन 25 साल पहले मास्टर मुश्ताक नामी शख्स ने हफीज को तशद्दुद का निशाना बनाया और फिर उसने अपनी बेइज्जती का बदला लेने के लिए मुश्ताक को कत्ल कर दिया। मुश्ताक का बेटा जब उन दिनों छोटा था, कम उम्र था, तो उसने अपने बाप का बदला लेने के लिए अपने जवान होने का इंतजार किया और जैसे वो जवान हुआ तो इस गांव के तकरीबन 1 दर्जन से ज्यादा अफराद को उसने गोलियों का निशाना बनाया और कितने अफराद को उसने कत्ल किया। बुजुर्गो तुसी मैनू ये दसो कि जिहड़ी उमर फरूक दी गर्दन कट्टी सी, वो किन्ने कट्टी सी? वो कोई पता नहीं, ये यारा दोस्तों ने कट्टी आ। अगो ये बकौल बयान जड़े आ भी मैं 15 लाख रुपया लेना सी। अच्छा।
ਐਸਐਚਓ ਨੇ ਬਿਆਨ ਦਿੰਦਾ ਪਿਆ ਵੀਰ ਮੇਰੇ ਕੋਲ ਮੌਜੂਦ ਆ ਹਾਂ ਹੈ ਮੈਂ 50 ਲੱਖ ਰੁਪਇਆ ਲੈਣਾ ਕਹਿੰਦੇ ਕਾਹਦਾ ਲੈਣਾ ਐਸਐਚਓ ਸਾਹਿਬ ਕਹਿੰਦਾ ਮੈਂ ਵੈਗਨ ਵੇਚੀ ਸੀ ਉਹਦਾ ਉਹਦੀ ਗਰਦਨ ਕੱਟਣ ਦੇ ਵਿੱਚ ਕੋਈ ਹੱਥ ਨਹੀਂ ਹੈ ਵੀ ਕੋਈ ਲੈਣਾ ਦੇਣਾ ਨਹੀਂ ਹੈ ਪਿੰਡ ਲੰਬਰਦਾਰ ਤੇ ਜਾ ਕੇ ਪੁੱਛ ਲਓ ਸਾਨੂੰ ਇਹ ਵੀ ਨਹੀਂ ਪਤਾ ਕਦੋਂ ਤੀਜੀ ਆ ਲੰਬਰਦਾਰ ਨੂੰ ਫੋਨ ਆਇਆ ਉਹਨੇ ਕਿਹਾ ਬੜਾ ਵੱਡਾ ਇਸ਼ਤਿਹਾਰੀ ਆ ਜੀ ਇਹਨੇ ਪੂਰੇ ਪਿੰਡ ਨੂੰ ਵਕਤ ਪਾਇਆ ਠੀਕ ਹੈ ਹੈ ਤੇ ਫਿਰ ਆ ਮੇਰੇ ਬੇਟੇ ਨੇ ਉਹਨਾਂ ਨੂੰ ਛਾੜਤਾ ਤੇ ਮੇਰੇ बेटे ने पर्चा पाया होया। नाज़रीन ये असल हकीकत हमारा मकसद आपके सामने लाने का ये था कि जो सोशल मीडिया पर गैर मुसद्दका खबरें चल रही हैं और जो तोकीर तन्ना नामी जो मुलजम सोशल मीडिया पर बयान दे रहा है कि 4 अफराद को मैंने कैसे कत्ल किया और मैंने क्यों कत्ल किया। असल में इस गांव से 25 साल पहले शुरू होने वाली एक बच्चों की छोटी सी लड़ाई ने कई खानदानों को उजाड़ दिया, लेकिन आज भी इंसाफ के मुंतजर यहाँ के रहने वाले शहरी जो हैं वो इस उमर फारूक नामी मुलजम के खौफ से इस कदर डरे हुए हैं, इस कदर सहमे हुए हैं कि कोई भी सामने आकर हिम्मत करने की कोशिश नहीं करता कि हमें इंसाफ चाहिए। ये बुजुर्ग जो शायद अपने भाई को इंसाफ दिलाने के लिए हो सकता है कि इन पर भी हमला हो और उस हमले की जद में आकर ये भी इस दुनिया से चले जाएं। अगली वीडियो में आपकी मुलाकात एक ऐसे शहरी से करवाएंगे जिसको उमर फारूक ने सिर्फ इसलिए गोलियां मारकर उसे जख्मी किया, उसे चारपाई पर डाल दिया कि वो इन लोगों के साथ जाता था। वो मरने वाले मकतूल हफीज का कज़न था, तो इसलिए उसे भी गोलियां मारकर जख्मी कर दिया। अगली वीडियो में आपसे दोबारा मुलाकात होती है, तब तक के लिए अल्लाह निगहबान।